ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਨਿੱਘਾ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਜੀ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਅਵਰ ਸ਼ੋ। ਥੈਂਕ ਯੂ ਵੈਰੀ ਮਚ। ਜੀ ਡਾਕਟਰ ਸਾਹਿਬ, ਅੱਜ 29 ਮਈ 2015 15 ਜੇਠ ਨਾਨਕਸ਼ਾਹੀ ਸੰਮਤ 547 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਦੀ ਸ਼ੁਰੂਆਤ ਤੁਸੀਂ ਅੱਜ ਕਿਹੜੀਆਂ ਮੁੱਖ ਘਟਨਾਵਾਂ ਨਾਲ ਕਰਨਾ ਚਾਹ ਰਹੇ? ਦੇਖੋ ਜੀ, ਅੱਜ ਭਾਰਤ ਦੇ ਲਈ ਬੜਾ ਖਤਰੇ ਵਾਲਾ ਦਿਨ ਹੈ ਔਰ ਇਸ ਦੀ ਚਰਚਾ ਸਾਰੇ ਮੀਡੀਆ 'ਚ, ਭਾਰਤ 'ਚ ਹੀ ਨਹੀਂ, BBC ਔਰ ਯਾਹੂ ਗਰੁੱਪ ਸਾਰੇ ਪਾਸੇ ਖਬਰਾਂ 'ਚ ਹੋਈ ਹੈ। ਬਹੁਤ ਖਤਰਨਾਕ ਜਸੂਸ ਪਾਕਿਸਤਾਨ ਨੇ ਭਾਰਤ ਵੱਲ ਭੇਜਿਆ। ਸੱਚੀ ਭੇਜਿਆ ਵੀ ਉੱਥੇ ਜਿਹੜਾ ਪਠਾਨਕੋਟ ਗੁਰਦਾਸਪੁਰ ਬਾਰਡਰ ਲੱਗਦਾ ਹੈ ਔਰ ਜਿਹੜਾ ਬੜਾ ਸੈਂਸਿਟਿਵ ਏਰੀਆ ਹੈ ਜੀ। ਔਰ ਉਸ ਜਸੂਸ ਦੇ ਆਉਣ ਤੋਂ ਬਾਅਦ ਸਾਰਾ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਸਣੇ SP ਦੇ ਔਰ ਪੁਲਿਸ ਜਿਹੜੀ ਹੈ ਉਹ ਬੜੀ ਖਬਰਦਾਰ ਹੋ ਗਈ। ਰੀਅਲੀ? ਔਰ ਉਹ ਜਸੂਸ ਵੀ ਇੱਕ 14 ਸਾਲ ਦੇ ਮੁੰਡੇ ਨੇ ਫੜਿਆ ਔਰ ਉਸ ਜਸੂਸ ਨੂੰ ਸਾਡੇ ਦਰਸ਼ਕ ਜਿਹੜੇ ਨੇ ਉਹ ਦੇਖ ਸਕਦੇ ਨੇ ਸਕਰੀਨ ਦੇ ਉੱਤੇ ਜੀ। ਇੱਕ ਨਿੱਕਾ ਜਿਹਾ ਕਬੂਤਰ, ਉਸ ਦੇ ਉੱਤੇ ਕੋਈ ਰੰਗ ਲੱਗਾ ਹੈ ਇੱਕ ਪਾਸੇ, ਜਿਹਨੂੰ ਉਹਨਾਂ ਨੇ ਪੜ੍ਹਿਆ ਰੰਗ ਨੂੰ ਬੜੀਆਂ ਦੂਰਬੀਨਾਂ ਲਾ ਕੇ ਕਿ ਤਹਿਸੀਲ ਸ਼ਕਰਗੜ੍ਹ, ਜ਼ਿਲ੍ਹਾ ਨਾਰੋਵਾਲ ਜੀ, ਇਹ ਲਿਖਿਆ। ਫਿਰ ਜਿਉਂ ਹੀ ਉਹ ਜਸੂਸ ਫੜਿਆ, ਸਾਰੇ ਜ਼ਿਲ੍ਹੇ ਦੇ ਐਡਮਿਨਿਸਟ੍ਰੇਸ਼ਨ ਨੇ, ਜਿਨ੍ਹਾਂ ਨੂੰ ਬੰਦਿਆਂ ਦੇ ਐਕਸਰੇ ਕਰਨ ਲਈ ਮਸ਼ੀਨਾਂ ਨਹੀਂ ਮਿਲਦੀਆਂ, ਉਹ ਸਾਰੀਆਂ ਆਊਟਡੇਟਡ ਹੁੰਦੀਆਂ ਜਾਂ ਖਰਾਬ ਹੋਈਆਂ ਹੁੰਦੀਆਂ, ਦਵਾ ਦਵ ਐਕਸਰੇ ਮਸ਼ੀਨਾਂ ਆਈਆਂ। ਉਹਨਾਂ ਨੇ ਉਹ ਕਬੂਤਰ ਦੇ ਅੰਦਰ ਮਸ਼ੀਨਾਂ ਰਾਹੀਂ ਉਹ ਦੇਖਿਆ ਵੀ ਉਹਨੂੰ ਕੁਛ ਨਹੀਂ ਆ ਰਿਹਾ। ਦੇਖਿਆ ਜੀ ਸਲਿੱਪ ਲੱਗੀ ਹੈ ਤਹਿਸੀਲ ਸ਼ਕਰਗੜ੍ਹ ਨਾਰੋਵਾਲ ਤੇ ਉਰਦੂ 'ਚ ਕੁਛ ਲਿਖਿਆ ਹੋਇਆ। ਉਹ ਵੀ ਜਿਹੜਾ ਅੰਗਰੇਜ਼ੀ 'ਚ ਪੜ੍ਹਿਆ ਉਹਨੇ ਕਿਸੇ ਨੇ ਨਿਆਣੇ ਨੇ ਉੱਥੋਂ ਫੜ ਕੇ ਕਬੂਤਰ ਉਹਨੇ ਛੱਡਿਆ ਹੋਣਾ ਆਪਣਾ ਔਰ ਉਸ ਦੇ ਉੱਤੇ ਹੁਣ ਪੂਰਾ ਤਬਸਰਾ ਹੋ ਰਿਹਾ ਔਰ ਉਸ ਕਬੂਤਰ ਦੀ ਜਿਹੜੀ ਕਲਾਸੀਫਿਕੇਸ਼ਨ ਹੈ ਉਹ ਸਸਪੈਕਟਡ ਸਪਾਈ, ਕਿ ਜਿਹੜਾ ਸ਼ੱਕ ਹੈ ਕਿ ਇਹ ਕੋਈ ਜਸੂਸ ਹੈ, ਜਸੂਸੀ ਲਈ ਇਹਨੂੰ ਭੇਜਿਆ ਔਰ ਇਸ ਦੇ ਤੌਰ ਤੇ ਕੀਤੀ ਹੈ। ਔਰ ਪੂਰੀ ਜੇਲ੍ਹ ਦੀ ਫੋਟੋ ਆਈ ਹੈ ਜਿਸ ਜੇਲ੍ਹ 'ਚ ਉਹਨੂੰ ਰੱਖਿਆ ਹੈ। ਔਰ ਦਿਲਚਸਪ ਗੱਲ ਇਹ ਹੈ ਕਿ ਮੈਂ ਦੇਖ ਰਿਹਾ ਸੀ ਕਿ BBC ਦੀ ਖਬਰ ਨੇ ਉਹਨਾਂ ਨੇ ਵੀ ਫਨ ਲਿਆ ਔਰ ਮਤਲਬ ਇਸ ਦਾ ਮਜ਼ਾਕ ਉਡਾਇਆ ਇਹ ਦੱਸਣ ਲਈ ਵੀ ਕਿਸ ਲੈਵਲ ਦੇ ਉਹ ਨੇ। ਔਰ ਇਹਦੀ ਹੈਡਲਾਈਨ BBC ਨੇ ਲਾਈ ਹੈ ਕਿ ਇੰਡੀਆ ਅਰੈਸਟ ਪਿਜਨ ਐਕਿਊਜ਼ਡ ਆਫ ਸਪਾਈਂਗ ਫॉर ਪਾਕਿਸਤਾਨ, ਕਿ ਜੀ ਉਹਨੂੰ ਗ੍ਰਿਫਤਾਰ ਕਰ ਲਿਆ ਉਹਨਾਂ ਨੇ ਕਬੂਤਰ ਨੂੰ ਔਰ ਜੇਲ੍ਹ 'ਚ ਰੱਖਿਆ ਹੈ ਔਰ ਉਹਦੇ ਤੇ ਸ਼ੱਕੀ ਜਿਹੜਾ ਉਹ ਜਸੂਸ ਹੈ। ਔਰ ਜਿਹੜੀ ਬਾਕੀ ਦਾ ਕਹਾਣੀ ਇਹੋ ਜਿਹੀ ਹੈ, ਵਕਤ ਮੈਂ ਨਹੀਂ ਜ਼ਾਇਆ ਕਰਨਾ ਚਾਹੁੰਦਾ, ਪਰ ਜਿਹੜੀ ਗੱਲ ਨੇ ਮੇਰੀ ਵੀ ਫਨੀ ਬੋਨ ਟ੍ਰਿਗਰ ਕਰ ਦਿੱਤੀ। ਉਹਨੇ ਅਖੀਰ 'ਚ ਕਿਹਾ, ਨੋ ਵਰਡ ਯੈਟ ਔਨ ਵੈਦਰ ਦਾ ਪਿਜਨ ਅਰੈਸਟਡ ਦਿਸ ਵੀਕ ਹੈਜ਼ ਹਾਇਰਡ ਏ ਲਾਇਰ। ਕਿ ਅਜੇ ਇਹਦਾ ਕੋਈ ਪਤਾ ਨਹੀਂ ਲੱਗਾ ਵੀ ਉਸ ਕਬੂਤਰ ਨੇ ਵਕੀਲ ਕੀਤਾ ਕਿ ਨਹੀਂ ਕੀਤਾ। ਸੋ ਇਹ ਲਾਈਨ ਆਪਣੇ ਆਪ, ਜਿਵੇਂ ਕਈ ਵਾਰ ਜਿਵੇਂ ਮੈਂ ਅੱਗੇ ਵੀ ਕਹਿੰਦਾ, ਜਿਹੜਾ ਰਿਡੀਕਿਊਲ ਹੁੰਦਾ ਹੈ ਉਹ ਬੈਸਟ ਹੁੰਦਾ, ਜਿਹੜੀ ਗੱਲ ਤੁਸੀਂ ਕਿਤਾਬਾਂ ਲਿਖ ਕੇ ਨਹੀਂ ਕਹਿ ਸਕਦੇ। ਸੋ ਮੈਂ ਸਮਝਦਾ ਵੀ ਉਹਨਾਂ ਨੇ ਈਵਨ BBC ਤੇ ਇੰਟਰਨੈਸ਼ਨਲ ਮੀਡੀਆ ਨੇ ਵੀ ਇਹਨਾਂ ਦਾ ਕਿ ਵੀ ਦੇਖੋ ਇੱਕ ਕਬੂਤਰ ਆ ਗਿਆ, ਬਾਰਡਰ ਆ, ਉਹਨੇ ਕਿਹੜਾ ਵੀਜ਼ਾ ਲੈਣਾ, ਇਧਰਲੇ ਕਬੂਤਰ ਉਧਰ ਚਲੇ ਜਾਂਦੇ ਨੇ ਉਧਰਲੇ। ਔਰ ਬਾਅਦ ਕਿਸੇ ਹੋਰ ਸਟੋਰੀ 'ਚ ਮੈਂ ਦੇਖ ਰਿਹਾ ਸੀ ਕਿ ਵੀ ਇਹ ਵੀ ਇੱਕ ਤਰੀਕਾ ਹੈ ਕਿ ਵੀ ਜਿਹੜੇ ਪਾਕਿਸਤਾਨੀ ਕਬੂਤਰ ਨੇ ਉਹ ਮਹਿੰਗੇ ਵਿਕਦੇ ਨੇ, ਪਤਾ ਨਹੀਂ ਕੋਈ ਕਿੱਥੇ ਇਸਤੇਮਾਲ ਕਰਦੇ ਹੋਣੇ ਉਹਨਾਂ ਨੂੰ। ਤੇ ਉਹ ਕਈ ਵਾਰੀ ਬਾਰਡਰ ਉੱਥੇ ਤਾਂ ਇਵੇਂ ਹੀ ਹੈ, ਕੋਈ ਉੱਥੇ ਕਿਹੜੀ ਕੋਈ ਜਿਹੜੀ ਹੈ ਦਰਿਆ ਵਿੱਚ ਜੀ, ਕਿ ਵੀ ਉਹ ਕਈ ਵਾਰੀ ਇਧਰਲੇ ਦਾਣਾ ਪਾ ਕੇ ਉਧਰਲੇ ਕਬੂਤਰਾਂ ਨੂੰ ਰੱਖ ਲੈਂਦੇ ਨੇ ਤੇ ਉਹ ਮਹਿੰਗੇ ਵਿਕਦੇ ਨੇ। ਤੇ ਹੁਣ ਉਹ ਕਿਸੇ ਨਿਆਣੇ ਨੇ, ਜਿਵੇਂ ਹੁੰਦਾ ਆਮ ਹੁੰਦਾ ਸੀ, ਤੁਸੀਂ ਚਿੜੀ ਫੜੀ ਆ, ਉਹਦੇ ਖੰਭ ਕੱਟ ਕੇ ਉਹਦੇ ਤੇ ਆਪਣਾ ਨਾਂ ਲਾ ਕੇ ਛੱਡਤਾ। ਹੁਣ ਜਿਹੜਾ ਉਹਨਾਂ ਦਾ ਜਸੂਸ ਹੈ ਉਹ ਐਡਰੈਸ ਦੇਗਾ ਵੀ ਨਾਰੋਵਾਲ ਸ਼ਕਰਗੜ੍ਹ ਤੇ ਉਰਦੂ 'ਚ ਲਿਖੇਗਾ ਉਹ, ਕਿ ਜਿਹੜਾ ਉਰਦੂ ਦਾ ਮੈਸੇਜ ਉਧਰ ਜਾਏਗਾ। ਲੇਕਿਨ ਮਤਲਬ ਹੁਣ ਅਸੀਂ ਇਹ ਸਮਝਦੇ ਹਾਂ ਵੀ ਅਸੀਂ ਜਿਹੜੀਆਂ ਸਾਡੀਆਂ ਨਾਨ ਪ੍ਰੋਫਿਟ ਆਰਗੇਨਾਈਜੇਸ਼ਨਾਂ ਨੂੰ ਅਪੀਲ ਕਰਦੇ ਹਾਂ ਵੀ ਕਬੂਤਰ ਦੇ ਲਈ ਵਕੀਲ ਦਾ ਪ੍ਰਬੰਧ ਕਰੋ। ਹੁਣ ਵਿਚਾਰਾ ਕਬੂਤਰ ਤਾਂ ਕਿੱਥੋਂ ਪੈਸੇ ਪੇ ਕਰੇਗਾ? ਤੇ ਜੇ ਸਾਡੇ ਤੋਂ ਵੀ ਡੋਨੇਸ਼ਨ ਮੰਗੀ ਇਸ ਬੇਗੁਨਾਹ ਕਬੂਤਰ ਦੀ ਜਿਹੜਾ ਨਾਰੋਵਾਲ ਤੋਂ ਆਇਆ, ਸਾਡਾ ਕਰਤਾਰਪੁਰ ਸਾਹਿਬ ਨਾਰੋਵਾਲ 'ਚ ਹੈ, ਗੁਰੂ ਨਾਨਕ ਦੇ ਉਸ ਸ਼ਹਿਰ 'ਚੋਂ ਆਇਆ ਜਿੱਥੇ 18 ਸਾਲ ਗੁਰੂ ਨਾਨਕ ਸਾਹਿਬ ਨੇ ਗੁਜ਼ਾਰੇ। ਤੇ ਅਸੀਂ ਚਾਹਾਂਗੇ ਕਿ ਵੀ ਉਹਦਾ ਬੈਸਟ ਡਿਫੈਂਸ ਹੋਏ। ਜੇ ਉੱਥੋਂ ਦੇ ਵਕੀਲ ਕੰਮ ਦੇ ਨੇ, ਇੱਥੋਂ ਅਮਰੀਕਾ 'ਚੋਂ ਵੀ ਅਸੀਂ ਕਰਕੇ ਦੇ ਸਕਦੇ। ਸੋ ਇਹ ਜਿਹੜਾ ਹੈ ਉਹਨਾਂ ਦਾ ਇਹ ਲਾਰਜੈਸਟ ਡੈਮੋਕ੍ਰੇਸੀ ਇਨ ਦਾ ਵਰਲਡ ਹੈ, ਜਿੱਥੇ ਉਹਨਾਂ ਨੇ ਜਿਨ੍ਹਾਂ ਨੇ ਜੇਲ੍ਹ ਟਰਮਸ ਪੂਰੀਆਂ ਕਰ ਲਈਆਂ 25-25 ਸਾਲ, ਉਹਨਾਂ ਨੂੰ ਪੈਰੋਲ ਤੇ ਛੱਡਣ ਲਈ ਤਿਆਰ ਨਹੀਂ ਨੇ। ਔਰ ਹੁਣ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ, ਜੇ ਉਹਨਾਂ ਦੀ ਗੱਲ ਕੇਜਰੀਵਾਲ ਨੇ ਵੀ ਐਗਰੀ ਕੀਤਾ ਹੈ ਕਿ ਅੰਮ੍ਰਿਤਸਰ ਭੇਜਿਆ ਜਾਏ, ਘਰ ਦੇ ਨੇੜੇ ਜੇਲ੍ਹ ਹੈ,
ਖਬਰ ਤਾਂ ਲੱਗੀ ਹੈ ਕਿ ਜੀ ਉਹ ਔਰ ਆ ਰਿਹਾ ਸੀ 19-20 ਸਾਲ 'ਚ ਇੱਕ ਵਾਰ ਵੀ ਪੈਰੋਲ ਨਹੀਂ ਹੋਈ ਔਰ ਅਜੇ ਵੀ ਉਹ ਜਿਹੜਾ ਦਿਮਾਗੀ ਤੌਰ ਤੇ ਬਿਲਕੁਲ ਹਿੱਲਿਆ ਬਿਮਾਰ ਬੰਦਾ ਹੈ, ਅਜੇ ਉਹ ਇਨਕੁਆਇਰੀਆਂ ਹੋ ਰਹੀਆਂ ਕਿ ਜੀ ਉਹ ਇੱਥੇ ਆਏਗਾ, ਅਮਨ ਕਾਨੂੰਨ ਕੀ ਹੋਏਗਾ, ਡੀਜੀਪੀ ਕਰ ਰਿਹਾ ਹੈ, ਪ੍ਰਿਜ਼ਨਸ ਕਰ ਰਿਹਾ ਹੈ। ਇੱਥੇ ਇਹਨਾਂ ਸਾਰਿਆਂ ਨੂੰ ਵਕਤ ਪਿਆ ਹੈ ਤੇ ਉਹ ਵਿਚਾਰਾ ਬੇਗੁਨਾਹ ਕਬੂਤਰ, ਮੈਨੂੰ ਤਾਂ ਅੱਜ ਨੀਂਦ ਨਹੀਂ ਆਉਣੀ ਕਿ ਉਹਨੇ ਰਾਤ ਕਿਵੇਂ ਗੁਜ਼ਾਰਨੀ ਹੈ ਕਬੂਤਰ ਨੇ ਜੇਲ੍ਹ ਦੇ ਵਿੱਚ, ਉਹਨੂੰ ਵੀ ਨਾ ਟੌਰਚਰ ਕਰਨ, ਕਿਉਂਕਿ ਉੱਥੇ ਤਾਂ ਜਿਹੜਾ ਉਹਨਾਂ ਦੇ ਕਾਬੂ 'ਚ ਆ ਗਿਆ ਉਹਨੂੰ ਉਹਨਾਂ ਨੇ ਟੌਰਚਰ ਕਰਨਾ ਹੀ ਹੁੰਦਾ ਹੈ। ਤੇ ਮੇਰਾ ਖਿਆਲ ਹੈ ਵੀ ਕਬੂਤਰ ਲਈ ਦੁਆ ਵੀ ਕਰਨਾ ਤਾਂ ਕਿ ਕਬੂਤਰ ਸਹੀ ਸਲਾਮਤ ਰਹੇ, ਨਹੀਂ ਤਾਂ ਅਸੀਂ ਇੱਥੇ ਐਮਨੈਸਟੀ 'ਚ ਪਾ ਦੇਣੀ ਹੈ ਪਟੀਸ਼ਨ ਕਿ ਵੀ ਪੂਰੀ ਟੀਮ ਭੇਜੋ ਉੱਥੇ ਕਿ ਕਬੂਤਰ ਦੇ ਨਾਲ ਕੀ ਸਲੂਕ ਹੋ ਰਿਹਾ ਹੈ। ਇਹਨਾਂ ਨੇ ਤਾਂ ਆਈ ਵੇ ਕਬੂਤਰ ਜਾਈ ਵੇ ਕਬੂਤਰ, ਇਹ ਤਾਂ ਹੁਣ ਵਿਚਾਰੇ ਕਬੂਤਰ ਉਡਾਉਣਾ ਬੰਦ ਕਰ ਦੇਣੇ ਸੀ ਜਿਹਨਾਂ ਨੇ ਸੁਨੇਹੇ ਭੇਜਣੇ ਸੀ ਕਿ ਵੀ ਉਹਨਾਂ ਨੇ ਤਾਂ ਸਪਾਈ ਬਣਾ ਕੇ ਗ੍ਰਿਫਤਾਰ ਕਰ ਲੈਣਾ ਉਹਨਾਂ ਨੂੰ। ਜੀ ਜੀ। ਹੁਣ ਇੱਕ ਪਾਸੇ ਤਾਂ ਇਹ ਕਹਾਣੀ ਹੈ, ਦੂਸਰੇ ਪਾਸੇ ਜਿਹੜਾ ਅਸਲ ਬੋਨ ਆਫ ਕੰਟੈਂਸ਼ਨ ਹੈ ਜਾਂ ਲੜਾਈ ਦੀ ਜੜ ਹੈ ਭਾਰਤ ਪਾਕਿਸਤਾਨ ਵਿੱਚ, ਕਸ਼ਮੀਰ ਦਾ ਮੁੱਦਾ ਜੀ, ਔਰ ਕਿਵੇਂ ਜੰਮੂ ਕਸ਼ਮੀਰ ਦੇ ਵਿੱਚ ਔਰ ਖਾਸ ਤੌਰ ਤੇ ਕਸ਼ਮੀਰ ਵੈਦੀ ਚ ਹਾਈਐਸਟ ਕੰਸੈਂਟਰੇਸ਼ਨ ਆਫ ਆਰਮੀ ਹੈ, ਲਗਭਗ 7 ਲੱਖ ਫੌਜ ਜਿਹੜੀ ਈਵਨ ਫਲਸਤੀਨ ਇਜ਼ਰਾਈਲ ਜਿਹੜੀ ਝਗੜੇ ਦੀ ਬੈਲਟ ਹੈ ਉਹਦੇ ਨਾਲੋਂ ਵੀ ਜ਼ਿਆਦਾ ਉੱਥੇ ਰੱਖੀ ਹੋਈ ਹੈ ਜੀ। ਔਰ ਉਹਦੇ ਚ ਉਹਨਾਂ ਨੇ ਆਰਮੀ ਨੂੰ ਇੰਨੇ ਜ਼ਿਆਦਾ ਅਖਤਿਆਰ ਦਿੱਤੇ ਹੋਏ ਨੇ ਔਰ ਇਹੀ ਕਿਉਂਕਿ ਇਹ ਖਬਰਾਂ ਮੈਂ 2-3 ਕੰਸੋਲੀਡੇਟ ਕਰ ਰਿਹਾ ਤਾਂ ਕਿ ਪਤਾ ਲੱਗੇ। ਇਹਨਾਂ ਦਾ ਇੱਕ ਕਾਨੂੰਨ AF SPA ਆਰਮਡ ਫੋਰਸਿਸ ਸਪੈਸ਼ਲ ਪਾਵਰਸ ਐਕਟ, ਹੁਣ ਇਹ ਆਰਮਡ ਫੋਰਸਿਸ ਸਪੈਸ਼ਲ ਪਾਵਰਸ ਐਕਟ ਦੇ ਹਵਾਲੇ ਨਾਲ ਜਿਹੜੀ ਕੱਲ ਖਬਰ ਸਾਰੇ ਪਾਸੇ ਲੱਗੀ ਸੀ ਕਿ ਤ੍ਰਿਪੁਰਾ ਦੇ ਵਿੱਚ ਜਿੱਥੇ ਇਨਸਰਜੈਂਸੀ ਰਹੀ ਹੈ 18 ਸਾਲ ਬਾਅਦ ਇਹ ਜਿਹੜਾ ਆਰਮਡ ਫੋਰਸਿਸ ਸਪੈਸ਼ਲ ਪਾਵਰਸ ਐਕਟ ਹੈ ਇਹ ਖਤਮ ਕਰ ਦਿੱਤਾ ਗਿਆ ਜੀ। ਔਰ ਇਸ ਤੋਂ ਬਾਅਦ ਬੜੀਆਂ ਵਧਾਈਆਂ ਦਿੱਤੀਆਂ, ਜਿਹੜਾ ਈਵਨ ਐਕਸ ਹੋਮ ਮਿਨਿਸਟਰ ਸੀ ਚਿਦੰਬਰਮ ਉਹਨੇ ਵੀ ਕਿਹਾ ਜੀ ਦਿਸ ਇਜ਼ ਦਾ मोस्ट ह्यूमैनिटेरियन एक्ट। ਉਹਦੀ ਸਟੇਟਮੈਂਟ ਇਹ ਸਾਰੇ ਮੁੱਦੇ ਤੇ ਇਹ ਵਿਕਟਰੀ ਫॉर ਸੈਨਿਟੀ ਐਂਡ ਹਿਊਮੈਨਿਟੀ ਚਿਦੰਬਰਮ ਜੀ ਕਿ ਜੀ ਇਹ ਸੈਨਿਟੀ ਔਰ ਹਿਊਮੈਨਿਟੀ ਇਨਸਾਨੀਅਤ ਦੀ ਜਿੱਤ ਹੈ। ਹਾਲਾਂਕਿ 10 ਸਾਲ ਇਹਨਾਂ ਦੀ ਹਕੂਮਤ ਰਹੀ ਹੈ, ਇਹ ਵੀ ਡਿਫੈਂਸ ਮਿਨਿਸਟਰ ਰਿਹਾ ਚਿਦੰਬਰਮ। ਸੋ ਇਸ ਆਰਮਡ ਫੋਰਸਿਸ ਸਪੈਸ਼ਲ ਪਾਵਰਸ ਐਕਟ ਦੇ ਥੱਲੇ ਫੌਜ ਦੇ ਕੋਲ ਕਿਸੇ ਨੂੰ ਵੀ ਗੋਲੀ ਮਾਰਨ, ਕਿਸੇ ਦੇ ਘਰ ਜਾ ਕੇ ਘਰ ਦੇ ਜੀਆਂ ਨਾਲ ਜੋ ਮਰਜ਼ੀ ਸਲੂਕ ਕਰਨ ਔਰ ਐਵੀਡੈਂਸ ਨੂੰ ਭਾਵੇਂ ਉਹ ਕਿਤੇ ਦਾ ਕਿਤੇ ਜਿਹੜਾ ਉਹ ਮੇਟ ਦੇਣ, ਇਹ ਅਖਤਿਆਰ ਰਹੇ ਨੇ। ਔਰ ਫੌਜ ਨੇ ਜਿੰਨੇ ਜ਼ੁਲਮ ਤ੍ਰਿਪੁਰਾ 'ਚ ਕੀਤੇ ਜੀ, ਔਰ ਜਦੋਂ ਹੁਣ ਅਸੀਂ ਮਣੀਪੁਰ ਦੀ ਇਸੇ ਹੀ ਆਰਮਡ ਫੋਰਸਿਸ ਸਪੈਸ਼ਲ ਪਾਵਰਸ ਐਕਟ ਦੀ ਗੱਲ ਕਰਦੇ ਹਾਂ ਕਿ ਮਣੀਪੁਰ 'ਚ ਵੀ ਲਗਭਗ 2 ਦਹਾਕਿਆਂ ਤੋਂ ਇਹ ਕਾਨੂੰਨ ਲਾਗੂ ਹੈ ਤੇ ਉੱਥੇ ਕਿਵੇਂ ਇੱਕ ਆਇਰੋਨ ਸ਼ਰਮਿਲਾ ਨਾਂ ਦੀ ਬੱਚੀ ਜਿਹੜੀ ਯੰਗ ਕਾਲਜ ਗੋਇੰਗ ਸੀ ਔਰ ਹੁਣ ਉਹ ਆਲਮੋਸਟ ਮਿਡਲ ਏਜ 'ਚ ਆ ਗਈ ਹੈ, ਉਹ ਭੁੱਖ ਹੜਤਾਲ ਕਰ ਰਹੀ ਜੀ। ਔਰ ਇਹ ਉਵੇਂ ਹੀ ਹੈ ਇਸ਼ੂ ਜਿਵੇਂ ਬਾਪੂ ਸੂਰਤ ਸਿੰਘ ਜੇ ਅੱਜ 130 ਦੇ ਨੇੜੇ ਤੇੜੇ ਦਿਨ ਹੋਣ ਵਾਲੇ ਹੋਣੇ ਨੇ ਤੇ ਉਹਨਾਂ ਨੂੰ ਬੇਸ਼ੱਕ ਫੋਰਸ ਫੀਡ ਕੀਤਾ ਗਿਆ ਪਰ ਉਹਨਾਂ ਨੇ ਮੂੰਹ ਰਾਹੀਂ ਕੁਝ ਨਹੀਂ ਲਿਆ ਹੈ। ਹੁਣ ਇਸੇ ਤਰ੍ਹਾਂ ਮਣੀਪੁਰ ਦੇ ਵਿੱਚ ਇਹਦੇ ਬਾਵਜੂਦ ਕਿ ਇਸ ਦੇ ਉੱਤੇ ਮੰਗ ਉੱਠਦੀ ਰਹੀ ਹੈ ਕਿ ਭਾਈ ਇਹਨੂੰ ਬੰਦ ਕਰੋ, ਖਤਮ ਕਰੋ ਆਰਮਡ ਫੋਰਸਿਸ ਸਪੈਸ਼ਲ ਪਾਵਰਸ ਐਕਟ, ਲੇਕਿਨ ਅਜੇ ਤੱਕ ਖਤਮ ਨਹੀਂ ਕੀਤਾ ਹੈ ਜੀ। ਹੁਣ ਜੰਮੂ ਕਸ਼ਮੀਰ 'ਚ PDP ਮੁਫਤੀ ਮੁਹੰਮਦ ਸੈयद ਔਰ BJP ਦੀ ਗਵਰਨਮੈਂਟ ਬਣੀ ਹੈ, BJP ਦਾ ਡਿਪਟੀ ਪ੍ਰਾਈਮ ਮਿਨਿਸਟਰ। ਹੁਣ ਜਿਹੜੀ PDP ਹੈ ਡਿਪਟੀ ਚੀਫ ਮਿਨਿਸਟਰ, ਕਿਸੇ ਜ਼ਮਾਨੇ 'ਚ ਪ੍ਰਾਈਮ ਮਿਨਿਸਟਰ ਕਹਿੰਦੇ ਸੀ ਕਸ਼ਮੀਰ ਨੂੰ, ਜਦੋਂ ਸਮਝੌਤਾ ਇਹਨਾਂ ਦਾ ਹੋਇਆ ਸੀ ਔਰ ਸਦਰੇ ਰਿਆਸਤ ਕਹਿੰਦੇ, ਉਹ ਸਭ ਤੋੜ ਦਿੱਤਾ ਉਹਨਾਂ ਨੇ। ਹੁਣ ਇਹਨਾਂ ਦੇ ਸਮਝੌਤੇ ਤੋਂ ਪਹਿਲਾਂ ਵੀ PDP ਦੀ ਪੋਜੀਸ਼ਨ ਇਹ ਰਹੀ ਹੈ ਕਿ ਇਹ ਜਿਹੜਾ ਆਰਮਡ ਫੋਰਸਿਸ ਸਪੈਸ਼ਲ ਪਾਵਰਸ ਐਕਟ ਹੈ ਇਹ ਜੰਮੂ ਕਸ਼ਮੀਰ 'ਚੋਂ ਖਤਮ ਕੀਤਾ ਜਾਏ ਜੀ। ਲੇਕਿਨ ਪੋਜੀਸ਼ਨ ਇਹਦੇ ਬਾਵਜੂਦ ਤਾਕਤ ਦੀ ਭੁੱਖ ਐਸੀ ਹੁੰਦੀ ਹੈ ਕਿ ਵੀ ਤੁਸੀਂ ਹਿੰਦੂ ਤੋਂ ਵੀ BJP ਦੇ ਨਾਲ ਕਰ ਰਹੇ ਹੋ, ਅਲਾਈਅੰਸ ਕਰ ਰਹੇ ਹੋ ਸਿਰਫ ਤਾਕਤ ਲੈਣ ਦੇ ਲਈ। ਔਰ ਹੁਣ ਜਿਹੜੀ ਪੋਜੀਸ਼ਨ ਹੈ BJP ਦੀ, ਪਹਿਲੀ ਸਟੇਟਮੈਂਟ ਤਾਂ ਕੱਲ ਜਿਹੜਾ ਇਸ ਵੇਲੇ ਡਿਫੈਂਸ ਮਿਨਿਸਟਰ ਹੈ ਇੰਡੀਆ ਦਾ ਮਨੋਹਰ ਪਾਰੀਕਰ ਉਹਦੀ ਸੀ ਕਿ ਆਰਮਡ ਫੋਰਸਿਸ ਸਪੈਸ਼ਲ ਪਾਵਰ ਐਕਟ ਇਜ਼ ਅ ਮਸਟ ਇਫ ਆਰਮੀ ਹੈਜ਼ ਟੂ ਆਪਰੇਟ ਇਨ ਜੰਮੂ ਐਂਡ ਕਸ਼ਮੀਰ। ਉਹਨੇ ਕਿਹਾ ਜੀ ਅਸੀਂ ਨਹੀਂ ਖਤਮ ਕਰਨਾ ਹੈ ਇਹ, ਜੇ ਅਸੀਂ ਆਰਮੀ ਨੂੰ ਕਰਨਾ ਹੈ ਤੇ ਇਹੀ ਐਕਟ ਜਿਹੜਾ ਉਹ ਜ਼ਰੂਰੀ ਹੈ। ਔਰ ਇਹਦੇ ਥੱਲੇ ਕਿੰਨੇ ਜ਼ੁਲਮ ਹੋਏ ਨੇ, ਕਿੰਨੇ ਹਜ਼ਾਰ ਰੇਪ ਹੋਏ ਨੇ, ਕਿੰਨੇ ਹਜ਼ਾਰ ਕਿਲਿੰਗਸ ਕੀਤੀਆਂ ਨੇ ਇਹਨਾਂ ਨੇ। ਔਰ ਇਹੀ ਹੈ ਜਿਹਦੇ ਥੱਲੇ ਈਵਨ ਚਿੱਠੀ ਸਿੰਘਪੁਰਾ 'ਚ ਮਾਰਚ 23, 2000 ਨੂੰ ਫੌਜ ਨਹੀਂ ਜਿਹੜਾ 35 ਤੋਂ ਜ਼ਿਆਦਾ ਸਿੱਖ ਮਾਰੇ ਨੇ ਕਿਉਂਕਿ ਇਹ ਐਕਟ ਉੱਥੇ ਲਾਗੂ ਹੈ ਜੀ। ਹੁਣ ਇੱਕ ਪਾਸੇ ਫਿਰ ਜਦੋਂ ਉਹਨੂੰ ਜ਼ਿਆਦਾ ਸਵਾਲ ਪੁੱਛੇ ਉਹਨੇ ਕਿਹਾ ਜੀ ਨਹੀਂ ਮੈਂ ਤਾਂ ਡਿਫੈਂਸ ਮਿਨਿਸਟਰ ਹਾਂ, ਇਹ ਤਾਂ ਕੰਮ ਹੋਮ ਮਿਨਿਸਟਰ ਦਾ, ਉਹਨੇ ਦੇਖਣਾ ਹੈ ਜੀ ਉਹਨੇ ਕੀ ਕਰਨਾ ਹੈ। ਪਰ ਮੈਂ ਇਹ ਕਹਿ ਸਕਦਾ ਕਿ ਫੌਜ ਤਾਂ ਹੀ ਐਕਟ ਕਰ ਸਕਦੀ ਹੈ ਜੇ ਸਾਨੂੰ ਇਹ ਹੱਕ ਦਿੱਤੇ ਜਾਣ।
ਹੁਣ ਇਹ ਕਹਿਣ ਤੋਂ ਬਾਅਦ ਜ਼ਾਹਰ ਹੈ ਕਿ ਜੇ ਤੁਸੀਂ ਇੱਕ ਪਾਸਾ ਜਿਹਨੂੰ ਈਵਨ ਕੈਰਟ ਐਂਡ ਸਟਿਕ ਪਾਲਿਸੀ ਕਹਿੰਦੇ ਨੇ ਕਿ ਤੁਸੀਂ ਜ਼ੁਲਮ ਦਾ ਸਹਾਰਾ ਲੈਂਦੇ ਹੋ, ਦੂਸਰੇ ਪਾਸੇ ਜਿਹੜੀ ਸਫਰਿੰਗ ਪਾਰਟੀ ਆ ਉਹਦੇ ਨਾਲ ਤੁਸੀਂ ਗੱਲਬਾਤ ਦੇ ਦਰਵਾਜ਼ੇ ਖੋਲ੍ਹਦੇ ਹੋ। ਹੁਣ ਉਹ ਗੱਲਬਾਤ ਇਹਨਾਂ ਨੇ ਕੀ ਕਰਨੀ ਹੈ? ਦੂਸਰੀ ਸਟੇਟਮੈਂਟ ਅੱਜ ਲੱਗੀ ਹੋਈ ਹੈ ਹੋਮ ਮਿਨਿਸਟਰ ਰਾਜਨਾਥ ਸਿੰਘ ਦੀ, ਉਹਦੀ ਹੈਡਲਾਈਨ ਹੈ ਨੋ ਪਲਾਨਸ ਫॉर ਟਾਕਸ ਵਿਦ ਕਸ਼ਮੀਰੀ ਸੈਪਰੇਟਿਸਟ, ਕਿ ਕਸ਼ਮੀਰ ਦੇ ਵੱਖਵਾਦੀਆਂ ਦੇ ਨਾਲ ਕੋਈ ਸਾਡੀ ਗੱਲਬਾਤ ਦੀ ਯੋਜਨਾ ਨਹੀਂ। ਆਰਮਡ ਫੋਰਸਿਸ ਸਪੈਸ਼ਲ ਪਾਵਰਸ ਐਕਟ ਤੁਸੀਂ ਉੱਥੇ ਰੱਖਣਾ ਹੈ, ਲੋਕਾਂ ਦੇ ਉੱਤੇ ਜ਼ੁਲਮ ਕਰਨੇ ਕਰਾਣੇ ਨੇ ਫੌਜ ਰਾਹੀਂ, ਗੱਲਬਾਤ ਤੁਸੀਂ ਕਰਨੀ ਨਹੀਂ। ਔਰ ਜਿਸ ਤਰੀਕੇ ਨਾਲ ਉਹਨਾਂ ਦੇ ਬਜ਼ੁਰਗ ਆਗੂ ਸੈਯਦ ਅਲੀ ਸ਼ਾਹ ਗਿਲਾਨੀ ਜਿਹੜੇ ਕਿ ਬਿਮਾਰ ਵੀ ਰਹਿੰਦੇ ਨੇ, ਇਲਾਜ ਲਈ ਉਹ ਬਾਹਰ ਆਉਣਾ ਚਾਹੁੰਦੇ ਸੀ, ਉਹਨਾਂ ਨੂੰ ਇਹ ਗਲ 'ਚ ਗੁੱਠਾ ਦੇ ਰਹੇ ਨੇ ਕਿ ਜੀ ਪਾਸਪੋਰਟ ਤੁਹਾਨੂੰ ਤਾਂ ਦੇਵਾਂਗੇ ਪਹਿਲਾਂ ਤੁਸੀਂ ਕਹੋ ਕਿ ਵੀ ਅਸੀਂ ਇੰਡੀਅਨ ਸਿਟੀਜ਼ਨ। ਉਹ ਭਾਈ UN ਦੇ ਵਿੱਚ ਤੁਸੀਂ ਕੇਸ ਲੈ ਕੇ ਗਏ, UN ਦੇ ਥੱਲੇ ਵੀ ਇਹ ਜਿਹੜਾ ਹੈ ਇਹ ਡਿਸਪਿਊਟਡ ਟੈਰੀਟਰੀ ਹੈ, ਝਗੜੇ ਵਾਲਾ ਖੇਤਰ ਹੈ। ਹੁਣ ਝਗੜੇ ਵਾਲੇ ਖੇਤਰ ਵਾਲਾ ਬੰਦਾ ਜੇ ਇਹ ਕਹਿੰਦਾ ਹੈ ਕਿ ਵੀ ਮੈਂ ਕਸ਼ਮੀਰੀ ਹਾਂ ਤੇ ਉਹ ਕੋਈ ਕਾਨੂੰਨ ਤੇ ਨਹੀਂ ਤੋੜ ਰਿਹਾ, ਪਰ ਇਹਨਾਂ ਨੇ ਇੱਕ ਪਾਸੇ ਤਾਂ ਉਹਨਾਂ ਨੂੰ ਹਿਊਮਿਲੀਏਟ ਕਰਨਾ ਸ਼ੁਰੂ ਕੀਤਾ ਹੋਇਆ, ਦੂਸਰੇ ਪਾਸੇ ਫੌਜ ਰਾਹੀਂ ਪੂਰੇ ਜ਼ੁਲਮਾਂ ਦੀ ਕਹਾਣੀ ਹੈ, ਤੀਸਰੇ ਪਾਸੇ ਜਿਹੜੇ ਓਵਰਗਰਾਉਂਡ ਜਿਨ੍ਹਾਂ ਦੇ ਨਾਲ ਈਵਨ ਅਟਲ ਬਿਹਾਰੀ ਔਰ ਇਹ ਸਵਾਲ ਵੀ ਉਹਨੂੰ ਜਦੋਂ ਪੁੱਛਿਆ ਗਿਆ ਉਹਨਾਂ ਨੇ ਕਿਹਾ ਕਿ ਜੀ ਜਦੋਂ ਵਾਜਪਾਈ ਦੀ ਸਰਕਾਰ ਸੀ ਉਦੋਂ ਜਿਹੜਾ ਮੋਡਰੇਟ ਸੈਕਸ਼ਨ ਹੈ ਹੁਰੀਅਤ ਕਾਨਫਰੰਸ ਦਾ, ਉਹਨਾਂ ਦੇ ਨਾਲ ਤੁਸੀਂ ਗੱਲਬਾਤ ਕੀਤੀ ਸੀ ਜੀ, ਕੀ ਤੁਸੀਂ ਹੁਣ ਗੱਲਬਾਤ ਕਰ ਰਹੇ ਹੋ? ਉਹਨਾਂ ਨੇ ਕਿਹਾ ਜੀ ਨਹੀਂ, ਸਾਡੀ ਕੋਈ ਯੋਜਨਾ ਨਹੀਂ ਹੈ ਗੱਲਬਾਤ ਦੀ। ਸੋ ਇਹਦੇ ਤੋਂ ਤੁਸੀਂ ਅੰਦਾਜ਼ਾ ਲਾਓ ਕਿ ਵੀ ਕਿਸ ਕਦਰ ਇਹਨਾਂ ਦਾ ਜਿਹੜਾ ਅੱਜ ਵਰਤਾਰਾ ਉਹ ਹੈ। ਪੰਜਾਬ 'ਚ ਜੇ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਹੈ, ਡਰਾਮੇਬਾਜ਼ੀਆਂ ਚੱਲ ਰਹੀਆਂ ਨੇ, ਸੈਂਟਰ ਦੇ ਜਿਹੜੇ ਕੰਨਾਂ ਤੇ ਜੂੰ ਵੀ ਨਹੀਂ ਰਿੰਗੀ ਹੈ ਕੋਈ ਵੀ। ਬਾਦਲ ਵੀ ਕੀ ਡਰਾਮੇਬਾਜ਼ੀ ਕਰੇਗਾ ਮੈਨੂੰ ਨਹੀਂ ਪਤਾ ਹੈ, ਮੇਰਾ ਇੱਕ ਫੀਅਰ ਹੈ ਕਿਉਂਕਿ ਉਹ ਅੰਗਰੇਜ਼ੀ 'ਚ ਵੀ ਕਹਿੰਦੇ ਨੇ ਕਿ ਵਾਂਸ ਬਿਟਨ ਟਵਾਈਸ ਸ਼ਾਈ, ਤੇ ਪੰਜਾਬੀ 'ਚ ਅਸੀਂ ਕਹਿੰਦੇ ਹਾਂ ਕਿ ਭਾਈ ਦੁੱਧ ਦਾ ਸੜਿਆ ਲੱਸੀ ਨੂੰ ਵੀ ਫੂਕਾ ਮਾਰਦਾ, ਕਿਉਂਕਿ ਦੁੱਧ ਵੀ ਚਿੱਟਾ ਹੁੰਦਾ ਹੈ, ਲੱਸੀ ਦਾ ਵੀ ਉਵੇਂ ਹੁੰਦਾ ਕਿ ਬਈ ਇਹ ਵੀ ਮੇਰੇ ਜੀਭ ਨਾਲ ਸਾੜ ਦੀ ਫੂਕ ਮਾਰ ਕੇ ਪੀਂਦਾ ਜੀ। ਹੁਣ ਗੁਰਬਖਸ਼ ਸਿੰਘ ਦੇ ਮੁੱਦੇ ਤੇ ਜਿਵੇਂ 2 ਵਾਰ ਉਸ ਦੇ ਵਰਤ ਨੂੰ ਧਾਰਮਿਕ ਜਥੇਦਾਰਾਂ ਰਾਹੀਂ, ਪਹਿਲੀ ਵਾਰੀ ਧਾਰਮਿਕ ਜਥੇਦਾਰ, ਦੂਜੀ ਵਾਰੀ ਮਨਜੀਤ ਸਿੰਘ ਜੀਕੇ ਦਿੱਲੀ ਕਮੇਟੀ ਰਾਹੀਂ ਜਿਹੜਾ ਉਹਨੂੰ ਸੈਬੋਟਾਜ ਕੀਤਾ। ਹੁਣ ਬਾਪੂ ਸੂਰਤ ਸਿੰਘ ਹੋਰਾਂ ਦਾ ਮੁੱਦਾ ਜਿਹੜਾ ਇਸ ਵੇਲੇ ਸਾਡੇ ਲਈ ਕੰਸਰਨ ਦਾ ਇਸ਼ੂ ਹੈ, ਔਰ ਕੱਲ ਹੀ ਈਵਨ US ਕਾਂਗਰਸ ਦੇ 6 ਜਿਹੜੇ ਮੈਂਬਰਸ ਨੇ ਕਾਂਗਰਸਮੈਨ, ਉਹਨਾਂ ਨੇ ਬੜੀ ਸਟਰੋਂਗ ਸਟੇਟਮੈਂਟ ਦਿੱਤੀ ਹੈ ਇੰਡੀਆ ਦੇ ਖਿਲਾਫ, ਜਿਨ੍ਹਾਂ 'ਚ ਕਾਂਗਰਸਮੈਨ ਮਾਈਕ ਹਾਂਡਾ ਵੀ ਸ਼ਾਮਲ ਹੈ, ਜੋ ਪਿਟਸ ਵੀ ਸ਼ਾਮਲ ਹੈ, ਕਿ ਭਾਈ ਉਹ ਪੀਸਫੁਲੀ ਕਰ ਰਹੇ ਨੇ ਜਿਹੜਾ ਸਟਰਗਲ, ਔਰ ਜੇ ਉਹਨਾਂ ਨੂੰ ਕੋਈ ਵੀ ਹਾਰਮ ਹੁੰਦਾ ਤੇ ਜ਼ਿੰਮੇਵਾਰ ਹੋਏਗੀ ਇੰਡੀਅਨ ਗਵਰਨਮੈਂਟ। ਹੁਣ ਇੱਕ ਪਾਸੇ ਪੂਰਾ ਕੇਸ ਬਿਲਟ ਹੋ ਰਿਹਾ, ਔਰ ਜਿਹੜੀਆਂ ਕੱਲ ਦੀਆਂ ਖਬਰਾਂ ਸੀ ਕਿ ਇੱਕ ਡੈਲੀਗੇਸ਼ਨ ਸੰਘਰਸ਼ ਕਮੇਟੀ ਦਾ ਜਿਹੜੀ ਇਸ ਪ੍ਰਥਾਏ ਬਣੀ ਹੈ, ਉਹਨਾਂ ਦੀ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਮੀਟਿੰਗ ਹੋਈ ਹੈ, ਔਰ ਉਹਨਾਂ ਨੇ ਕੋਈ 6 ਮੈਂਬਰੀ ਕਿ 7 ਮੈਂਬਰੀ ਜਿਹਦੇ ਚੀਫ ਸੈਕਟਰੀ ਔਰ ਹੋਮ ਸੈਕਟਰੀ ਔਰ ਜੇਲ੍ਹਾਂ ਦਾ ਔਰ ਕੁਝ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਦੇ ਨੁਮਾਇੰਦੇ ਉਹਨਾਂ ਨੂੰ ਸ਼ਾਮਲ ਕੀਤਾ ਹੈ ਕਿ ਇਹ ਗੱਲਬਾਤ ਕਰਕੇ ਜਿਹੜੀ ਲਿਸਟ ਦਿੱਤੀ ਹੈ ਉਹਨੂੰ ਸਕਰੀਨ ਕਰਨਗੇ। ਆਈ ਹੋਪ ਕਿ ਇਹ ਇੱਕ ਜਿਹੜਾ ਕੋਈ ਇਸ ਕਿਸਮ ਦਾ ਪਲੋਏ ਨਾ ਹੋਏ ਜਿਹਦੇ 'ਚ ਅਗੇਨ ਅਸੀਂ ਜਾਂ ਸਾਡੇ ਜਿਹੜੇ ਉੱਥੇ ਸੰਘਰਸ਼ ਕਰਨ ਵਾਲੇ ਵੀਰ ਭੈਣਾਂ ਨੇ ਉਹ ਫਸਣ। ਵੈਸੇ ਇਸ ਮੁੱਦੇ ਦੇ ਉੱਤੇ ਅੱਜ ਬੀਬੀ ਸਰਵਰਿੰਦਰ ਕੌਰ ਜਿਹੜੀ ਉਹਨਾਂ ਦੀ ਬੇਟੀ ਹੈ ਉਹਨਾਂ ਦੇ ਨਾਲ ਗੱਲਬਾਤ ਵੀ TV 84 ਨਿਊਜ਼ 'ਚ ਹੋਏਗੀ, ਵੇਰਵੇ ਨਾਲ ਉਹ ਦੱਸਣਗੇ ਕਿਉਂਕਿ ਉਹ ਗੱਲਬਾਤ ਦੇ ਵਿੱਚ ਸ਼ਾਮਲ ਸਨ। ਪਰ ਅਸੀਂ ਕਿਉਂਕਿ ਇੱਕ ਜਿਸ ਨੂੰ ਕਹਿੰਦੇ ਨੇ ਚੌਕੀਦਾਰ ਦੇ ਨਾਤੇ ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਜਿੱਥੇ ਸਾਨੂੰ ਇਹ ਲੱਗੇ ਕਿ ਵੀ ਕੋਈ ਜਿਹੜਾ ਤਿਲਕਣ ਦਾ ਵੀ ਚਾਂਸ ਹੋ ਸਕਦਾ ਹੈ ਅਸੀਂ ਉਸ ਨੂੰ ਜ਼ਰੂਰ ਹਾਈਲਾਈਟ ਕਰਦੇ ਹਾਂ, ਔਰ ਅਸੀਂ ਸਮਝਦੇ ਹਾਂ ਵੀ ਸਾਡੇ ਲਈ ਇਹ ਫਿਕਰ ਦੀ ਗੱਲ ਹੈ ਕਿਉਂਕਿ ਜਦੋਂ ਅਸੀਂ ਮੀਡੀਆ ਦੇ ਹਵਾਲੇ ਨਾਲ ਦੇਖਦੇ ਹਾਂ ਕਿ 120 ਦਿਨ ਤਾਂ ਬਾਦਲ ਨੂੰ ਯਾਦ ਨਹੀਂ ਆਇਆ, ਹੁਣ ਆਲ ਆਫ ਏ ਸਡਨ ਕੀ ਪਾਰਟ ਹੈ। ਇੱਕ ਪਾਸੇ ਮੋਦੀ ਨੂੰ ਸੱਦਿਆ ਕਿ ਅਨੰਦਪੁਰ ਸਾਹਿਬ ਆਣਾ ਹੈ 15 ਤਰੀਕ ਨੂੰ, ਮੈਂ ਖਬਰ ਦੀ ਡੀਟੇਲ ਤਾਂ ਨਹੀਂ ਦੇਖੀ ਪਰ ਪਰਮਜੀਤ ਸਿੰਘ ਸਰਨੇ ਦਾ ਬਿਆਨ ਲੱਗਾ ਸੀ ਕਿ ਜੀ ਮੋਦੀ ਨੂੰ ਪਲੀਜ਼ ਕਰਨ ਲਈ ਉਹਨਾਂ ਨੇ ਜਿੱਥੇ ਆਣਾ ਉੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀਂ ਹੈ, ਨਹੀਂ ਕਰਨਗੇ। ਹੁਣ ਉਹ ਕੀ ਮੁੱਦਾ ਹੈ ਕਿਉਂਕਿ ਮੈਂ ਦੇਖਿਆ ਨਹੀਂ ਹੈ, ਮੈਂ ਇਹਦੇ ਤੇ ਕਮੈਂਟ ਨਹੀਂ ਕਰਨਾ ਚਾਹੁੰਦਾ, ਪਰ ਮੈਂ ਇਹ ਸਾਰੀਆਂ ਟਾਈਮਿੰਗਸ ਦੇਖਦਾ ਕਿ ਇੱਕ ਪਾਸੇ ਇਹ ਚੱਲ ਰਿਹਾ, ਦੂਸਰੇ ਪਾਸੇ ਘੱਲੂਘਾਰਾ ਹਫ਼ਤੇ ਬਾਰੇ ਅਸੀਂ ਗੱਲ ਕੀਤੀ ਸੀ ਕਿ ਉਹਨਾਂ ਸਮਾਗਮਾਂ ਨੂੰ ਰੋਕਣ ਦੇ ਲਈ ਕਿਵੇਂ ਜਥੇਦਾਰਾਂ ਨੂੰ ਇਹਨਾਂ ਨੇ ਅੱਗੇ ਕੀਤਾ ਹੈ ਕਿ ਜੀ ਟਾਸਕ ਫੋਰਸ ਨੂੰ ਉਹਨਾਂ ਨੇ ਕਿਹਾ ਕਿ ਹਰ ਹਾਲਤ ਦੇ ਵਿੱਚ ਸ਼ਾਂਤੀ ਬਣਾ ਕੇ ਰੱਖੋ ਜੀ। ਹੁਣ ਦੂਸਰਾ ਪਾਰਟ ਅਸੀਂ ਦੇਖਦੇ ਹਾਂ ਕਿ ਪੰਜਾਬ ਦਾ ਮੀਡੀਆ ਵੀ, ਔਰ ਜਿਹੜੀ ਹੁਣ ਖਬਰ ਸੀ ਕਿ ਜੀ, ਔਰ ਇਹ ਖਬਰ ਵੀ ਗੁਰਚਰਨ ਸਿੰਘ ਬੱਬਰ ਜਿਨ੍ਹਾਂ ਨੇ ਸਰਕਾਰੀ ਕਤਲੇਆਮ ਕਿਤਾਬ ਲਿਖੀ ਹੈ ਔਰ ਉਹ ਪੱਤਰਕਾਰ ਵੀ ਨੇ, ਦਿੱਲੀ ਚੋਂ 3 ਲੈਂਗੁਏਜਸ ਦੇ ਵਿੱਚ
ਨਿਊਜ਼ਪੇਪਰ ਕੱਢਦੇ ਨੇ ਅੰਗਰੇਜ਼ੀ ਚ ਵੀ, ਹਿੰਦੀ ਚ ਵੀ, ਪੰਜਾਬੀ ਚ ਵੀ, ਜੀ ਤੇ ਉਹਨਾਂ ਦਾ ਮੈਂ ਵੀ ਉਹਨਾਂ ਦੀ ਈਮੇਲ ਤੇ ਆ, ਸੋ ਖਬਰ ਉਹਨਾਂ ਰਾਹੀਂ ਦੇਖੀ ਕਿ ਜਿਹੜਾ ਖਬਰ ਤਾਂ ਕਿਤੇ ਪਹਿਲਾਂ ਵੀ ਸੀ ਕਿ ਜੀ ਹਰਿਦੁਆਰ ਚ ਰਾਮਦੇਵ ਜਿਹਨੂੰ ਪੰਜਾਬ ਵਾਲੇ ਸਪੈਸ਼ਲੀ ਲਿਆ ਕੇ ਘੁਮਾਉਂਦੇ ਨੇ ਹਰ ਥਾਂ ਤੇ, ਬੜਾ ਸਟੇਟ ਗੈਸਟ ਬਣਾ ਕੇ, ਕਿ ਉਹਦੇ ਆਸ਼ਰਮ ਦੇ ਬਾਹਰ ਜਿਹੜਾ ਉਹ ਬੜੀ ਲੜਾਈ ਹੋਈ ਔਰ ਜਿਹੜਾ ਆਸ਼ਰਮ ਵਾਲਿਆਂ ਨੇ ਬਾਹਰਲਿਆਂ ਨੂੰ ਕੁੱਟਿਆ, ਇੱਕ ਮਾਰਿਆ ਗਿਆ, ਬਹੁਤ ਜ਼ਖਮੀ ਹੋਏ, ਔਰ ਰਾਮਦੇਵ ਦਾ ਭਰਾ ਜਿਹੜਾ ਉਹ ਗ੍ਰਿਫਤਾਰ ਹੋਇਆ। ਸੋ ਮੈਨੂੰ ਲੱਗਾ ਵੀ ਪਤਾ ਨਹੀਂ ਲੋਕਲ ਕੋਈ ਹੋਏਗਾ, ਪਰ ਉਹਨਾਂ ਦੀ ਜਿਹੜੀ ਲਿਖਤ ਸੀ ਗੁਰਚਰਨ ਸਿੰਘ ਬੱਬਰ ਹੋਰਾਂ ਦੀ, ਉਹਨਾਂ ਤੋਂ ਪਤਾ ਲੱਗਾ ਕਿ ਮਰਨ ਵਾਲਾ ਸ਼ਾਇਦ ਦਲਜੀਤ ਸਿੰਘ ਨਾਂ ਦਾ ਸਿੱਖ ਟਰੱਕਰ ਹੈ ਜੀ, ਔਰ ਜਿਹੜੇ ਜ਼ਖਮੀ ਨੇ ਉਹ ਵੀ ਸਿੱਖ ਨੇ। ਟਰੱਕਿੰਗ ਯੂਨੀਅਨ ਦੇ ਨਾਲ ਕੀ ਝਗੜਾ ਹੈ, ਔਰ ਰਾਮਦੇਵ ਉੱਥੇ ਖੁਦ ਮੌਜੂਦ ਸੀ ਔਰ ਉਹਨੇ ਖੁਦ ਡਾਇਰੈਕਸ਼ਨ ਦੇ ਕੇ ਉਹਨਾਂ ਨੂੰ ਕਿ ਵੀ ਇਹਨਾਂ ਨੂੰ ਮਾਰੋ, ਇਹ ਜਿਉਂਦੇ ਨਾ ਜਾ ਸਕਣ, ਨਿਕਲਣ ਇੱਥੋਂ। ਉਹਨਾਂ ਦੇ ਨਾਲ ਭਾਲਿਆਂ ਨਾਲ, ਟੱਕੂਆਂ ਨਾਲ ਔਰ ਤਰਸ਼ੂਲਾਂ ਨਾਲ ਉਹਨਾਂ ਨੂੰ ਕੁੱਟ-ਕੁੱਟ ਕੇ ਇੱਕ ਨੂੰ ਮਾਰਿਆ, ਬਾਕੀ ਜਿਹੜੇ ਨੇ ਜ਼ਖਮੀ ਹਾਲਤ 'ਚ ਨੇ, ਤੇ ਰਾਮਦੇਵ ਖੁਦ ਫਰਾਰ ਹੈ ਔਰ ਉਹਦੇ ਭਰਾ ਨੂੰ ਫੜਿਆ ਗਿਆ। ਜਿਵੇਂ ਹੁਣ ਆਸਾ ਰਾਮ, ਉਹਦਾ ਮੁੰਡਾ, ਉਹ ਵੀ ਬਾਹਰ ਆ ਗਿਆ ਮੁੰਡਾ, ਉਹਦੀ ਵੀ ਜ਼ਮਾਨਤ ਹੋ ਜਾਣੀ ਹੈ। ਸੋ ਮੈਂ ਸਮਝਦਾ ਵੀ ਇਹ ਇੰਨੀ ਇੰਪੋਰਟੈਂਟ ਖਬਰ ਸੀ ਔਰ ਨਾ ਇਹਨੂੰ ਮੈਂ ਕਿਤੇ ਸੋਸ਼ਲ ਮੀਡੀਆ ਤੇ ਦੇਖਿਆ, ਨਾ ਕਿਸੇ ਹੋਰ ਪਾਸੇ ਦੇਖਿਆ। ਔਰ ਜਦੋਂ ਮੇਰੀ ਅੱਜ ਗੁਰਚਰਨ ਸਿੰਘ ਬੱਬਰ ਨਾਲ ਗੱਲ ਹੋਈ ਤਾਂ ਉਹ ਕਹਿੰਦਾ ਜੀ ਮੈਂ ਹਰਿਦੁਆਰ ਤੋਂ ਹੀ ਵਾਪਸ ਮੁੜ ਰਿਹਾ ਔਰ ਮੈਂ ਮੇਰਠ ਦੇ ਨੇੜੇ ਆ, ਗੱਲਬਾਤ ਪ੍ਰੋਪਰਲੀ ਗੱਡੀ 'ਚ ਸਾਨੂੰ ਹੋ ਨਹੀਂ ਸਕੀ। ਸੋ ਉਹਨਾਂ ਨੇ ਵੀ TV 84 ਨਿਊਜ਼ ਦੇ ਉੱਤੇ ਜਿਹੜਾ ਇਹ ਵੇਰਵਾ ਦੇਣਾ ਹੈ ਕਿ ਇਹ ਕੀ ਘਟਨਾ ਹੈ। ਸੋ ਅਸੀਂ ਸਮਝਦੇ ਹਾਂ ਵੀ ਇੱਕ ਪਾਸੇ ਇਸ ਕਿਸਮ ਦੇ ਵਾਕਿਆ ਚਾਰ ਚਫੇਰੇ ਹੋ ਰਹੇ ਨੇ, ਤੇ ਇਸ ਹਾਲਾਤ ਦੇ ਵਿੱਚ ਜਿਸ ਕਿਸਮ ਦਾ ਬਾਦਲ ਦਾ ਇੱਕ ਪਾਸੇ ਦਵਿੰਦਰਪਾਲ ਸਿੰਘ ਭੁੱਲਰ ਦੀ ਗੱਲ ਨੂੰ ਅੱਗੇ ਮੂਵ ਕਰ, ਉਹਨੂੰ ਵੀ ਬੜਾ ਫਲੈਸ਼ ਕਰਵਾਇਆ ਕਿ ਵੀ ਪਹਿਲਾਂ ਇਹੀ ਬਾਦਲ ਤੇ ਇਹੀ ਡਾਇਰੈਕਟਰ ਜਨਰਲ ਪੁਲਿਸ ਸੁਮੇਧ ਸੈਣੀ ਹੈ ਜਿਨ੍ਹਾਂ ਨੇ ਲਿਖ ਕੇ ਦਿੱਤਾ, ਨਹੀਂ ਤਾਂ ਭੁੱਲਰ ਅੱਜ ਤੋਂ 5 ਸਾਲ ਪਹਿਲਾਂ ਆਇਆ ਹੋਣਾ ਸੀ। ਇਹਨਾਂ ਨੇ ਲਿਖ ਕੇ ਦਿੱਤਾ ਸੀ ਕਿ ਜੀ ਇਹ ਬੜਾ ਖਤਰਨਾਕ ਅੱਤਵਾਦੀ ਹੈ ਔਰ ਇਹਦੇ ਆਉਣ ਨਾਲ ਅਮਨ ਕਾਨੂੰਨ ਨੂੰ ਖਤਰਾ ਹੋਏਗਾ। ਹੁਣ ਉਹ ਵਿਚਾਰਾ ਵੈਜੀਟੇਬਲ ਬਣਿਆ, ਹੁਣ ਇਹਨਾਂ ਨੂੰ ਲੱਗਦਾ ਹੋਣਾ ਹੈ ਜੀ ਜੇ ਅਸੀਂ ਸਿੱਖਾਂ ਨੂੰ ਵੀ ਖੁਸ਼ ਕਰਨਾ ਤੇ ਉਧਰ ਇਹ ਕਰ ਲੋ, ਦੂਜਾ ਇਧਰ ਗੱਲਬਾਤ ਤੋਰ ਲੈਣਗੇ ਕਿ ਜੀ ਅਸੀਂ ਕੋਈ ਨਹੀਂ ਛੱਡ ਦਿਆਂਗੇ ਜੀ, ਇਹਨੂੰ ਛੱਡ ਦਿੰਨੇ ਆ ਜੀ, ਪੈਰੋਲ ਦੇ ਦੇਣਗੇ ਦੋਖ ਨੂੰ। ਮਤਲਬ ਇਹ ਹੁੰਦਾ ਹੈ ਵੀ ਜਿਹੜੀ ਤੁਹਾਡੀ ਕੋਈ ਗੱਲ ਪੀਕ ਵੱਲ ਜਾ ਰਹੀ ਹੈ ਉਹਨੂੰ ਇੱਕ ਵਾਰੀ ਡੀਫਲੇਟ ਕਰ ਦਿਓ, ਉਹਦੀ ਫੂਕ ਕੱਢ ਦਿਓ ਤੇ ਫਿਰ ਦੇਖੀ ਜਾਏਗੀ। ਸੋ ਅਸੀਂ ਸਮਝਦੇ ਹਾਂ ਵੀ ਇੱਕ ਪਾਸੇ ਤਾਂ ਇਹ ਪਾਰਟ ਚੱਲ ਰਿਹਾ ਔਰ ਮੈਂ ਇਸ ਗੱਲਬਾਤ ਦੇ ਸੈਗਮੈਂਟ 'ਚ ਮੁਬਾਰਕਬਾਦ ਦੇਣਾ ਚਾਹੁੰਦਾ ਜਿਹੜੀ US ਸਿੱਖ ਕਾਕਸ ਹੈ, ਕਾਂਗਰੈਸ਼ਨਲ ਕਾਕਸ, ਜਿਹੜੇ ਜਿੱਥੇ ਕਿ ਇੱਕ ਪਾਸੇ ਜ਼ਮੀਰ ਫਰੋਸ਼ ਔਰ ਸੌਦੇਬਾਜ਼ ਲੱਗੇ ਹੋਏ ਨੇ ਕੌਮ ਦਾ ਮਨੋਬਲ ਡੇਗਣ ਦੇ ਲਈ, ਉੱਥੇ ਅੱਜ ਭਾਰਤ ਦੀ ਜਿਹੜੀ ਮੇਨ ਨਿਊਜ਼ ਏਜੰਸੀ ਹੈ PTI, ਉਹਨੇ ਇਹ ਖਬਰ ਕੈਰੀ ਕੀਤੀ ਹੈ, ਕਿਉਂਕਿ ਮੈਂ ਕੱਲ ਇਹਦੇ ਰੈਫਰੈਂਸ ਦਿੱਤਾ ਸੀ, ਪਰ ਅੱਜ ਸਰਕਾਰੀ ਨਿਊਜ਼ ਏਜੰਸੀ ਵੱਲੋਂ ਇਹ ਖਬਰ ਆਉਣ ਦਾ ਮਤਲਬ ਹੈ ਵੀ ਆਲਰੇਡੀ ਇੰਡੀਅਨ ਗਵਰਨਮੈਂਟ ਦੇ ਜਿਹੜੇ ਨੇ ਸਾਰੇ ਟੌਂਟ ਬਟੌਂਟ ਵੀ ਔਰ ਉਹਨਾਂ ਦੀਆਂ ਸਰਕਾਰੀ ਏਜੰਸੀਆਂ ਵੀ ਉਹਨਾਂ ਨੇ ਕੰਨ ਚੱਕ ਲਏ ਨੇ। ਔਰ ਇਹ ਖਬਰ ਹੈ US ਕਾਂਗਰਸ ਟੂ ਹੋਲਡ ਹੀਅਰਿੰਗ ਔਨ ਵਾਇਲੈਂਸ ਅਗੇਂਸਟ ਰਿਲੀਜੀਅਸ ਮਾਈਨੋਰਿਟੀਜ਼ ਇਨ ਇੰਡੀਆ। ਜਿਵੇਂ ਅਸੀਂ ਦੱਸਿਆ ਸੀ ਕਿ 3 ਜੂਨ ਨੂੰ ਸਵੇਰੇ 9 ਵਜੇ ਇਹ ਹੀਅਰਿੰਗ ਹੋਣੀ ਹੈ, ਕਾਂਗਰੈਸ਼ਨਲ ਕਾਕਸ ਨੇ ਜਿਹੜੀ ਕਰਨੀ ਹੈ ਕਮੇਟੀ ਨੇ, ਔਰ ਉਸੇ ਸ਼ਾਮ ਇੱਕ ਡਿਨਰ ਹੈ ਜਿਹੜਾ ਐਨੂਅਲ ਡਿਨਰ ਹੈ ਸਿੱਖ ਕਾਕਸ ਦੇ, ਜਿੰਨੇ ਵੀ ਨੇ ਮੈਂਬਰ ਉਹਨਾਂ 'ਚੋਂ ਕੁਛ ਆਉਂਦੇ ਨੇ, ਜਾਂਦੇ ਨੇ, ਐਡਰੈਸ ਕਰਦੇ ਨੇ, ਚਲੇ ਜਾਂਦੇ ਨੇ। ਸੋ ਇਹ ਮੈਂ ਥੋੜਾ ਜਿਹਾ ਵੇਰਵਾ ਇਹਦਾ, ਕਿਉਂਕਿ ਮਿਸਟਰ ਟੌਮ ਲੈਂਟੋਸ ਹਿਊਮਨ ਰਾਈਟਸ ਕਮਿਸ਼ਨ ਨੂੰ ਕਹਿੰਦੇ ਨੇ, ਸੋ ਇਹਦੀ ਇਹ ਖਬਰ ਦੀ ਵੇਰਵਾ PTI ਦੀ ਖਬਰ ਹੈ ਕਿ US ਕਾਂਗਰੈਸ਼ਨਲ ਕਮੇਟੀ has called for public hearing on violence against Muslims, Christians and other religious minorities in India early next month. ਉਹ 3 ਜੂਨ ਦੀ ਹੈ। The Tom Lantos Commission has invited experts from India, the US and the UK to testify before it on June 3rd. ਕਿ ਇਸ ਦੇ ਉੱਤੇ ਮਾਰ ਜਿਹੜੇ ਨੇ 3 ਜੂਨ ਨੂੰ testify ਕਰਨਗੇ। The hearing would be led by Congressman Patrick Macon, co-chair of the American Sikh Caucus, and Congressman Joseph Pitts and Jim McGovern, co-chairs of Tom Lantos Human Rights Commission. ਇਹ ਜਿਹੜੇ co-chair ਵੀ ਹੋਣਗੇ ਔਰ ਸਿੱਖ ਚੇਅਰ ਦਾ ਜਿਹੜਾ co-chair, ਕਿਉਂਕਿ co-chair ਇਹਨਾਂ ਨੇ ਰੱਖਿਆ ਕਿ ਇੱਕ ਡੈਮੋਕ੍ਰੈਟ ਹੈ ਸਿੱਖ ਕਾਕਸ ਜਿਹੜਾ ਚੇਅਰ ਤੇ ਹੈ, ਇੱਕ co-chair ਜਿਹੜਾ ਰਿਪਬਲਿਕਨ ਹੈ। ਸੋ ਇਹ ਬੜਾ ਪ੍ਰੋਮੀਨੈਂਟ ਪਾਵਰਫੁਲ ਕਾਂਗਰਸਮੈਨ ਹੈ ਪੈਟਰਿਕ ਮੈਹਨ, ਇਹ ਕਰਨਗੇ ਹੀ। ਨੋ US ਗਵਰਨਮੈਂਟ ਅਫੀਸ਼ੀਅਲ ਵੁੱਡ ਟੈਸਟੀਫਾਈ ਬਿਫੋਰ ਦਾ ਕਮੇਟੀ, ਕੋਈ ਸਰਕਾਰੀ ਅਮਰੀਕਨ ਅਧਿਕਾਰੀ ਨਹੀਂ ਹੋਏਗਾ। This briefing will outline the important legal, social and cultural issues related to the persecution of minorities in India, ਕਿ ਜਿਹੜੇ ਕਾਨੂੰਨੀ, ਸਮਾਜਿਕ ਔਰ ਸੱਭਿਆਚਾਰਕ ਮੁੱਦੇ ਨੇ ਕਿ ਕਿਵੇਂ ਉੱਥੇ ਅੱਜ ਘੱਟ ਗਿਣਤੀਆਂ ਤੇ ਜ਼ੁਲਮ ਹੋ ਰਹੇ ਨੇ,
ਇਸ ਦੇ ਉੱਤੇ ਜਿਹੜਾ ਹੈ ਉਹ ਫੋਕਸ ਹੋਏਗਾ ਜੀ। ਪੈਨਲਿਸਟ ਇਨਕਲੂਡ ਰੈਵਰੈਂਡ ਜੋਸ਼ਫ ਰਾਜਾ, ਰਿਸਰਚ ਸੁਪਰਵਾਈਜ਼ਰ ਯੂਨੀਵਰਸਿਟੀ ਆਫ ਐਮਸਟਰਡਮ, ਇਹ ਈਸਾਈ ਹੈ ਔਰ ਬੜਾ ਪਾਵਰਫੁਲ ਹੈ ਈਸਾਈ ਕਲਰਜੀ ਦੇ ਵਿੱਚ, ਅਪ ਟੂ ਇੰਗਲੈਂਡ ਦੇ ਕੁਈਨ ਲੈਵਲ ਤੱਕ ਇਹਦੀ ਪਹੁੰਚ ਹੈ, ਇਹ ਹੋਏਗਾ ਇੱਕ ਪੈਨਲਿਸਟ। ਇਕਤਦਾਰ ਕਰਾਮਤ ਚੀਮਾ, ਡਾਇਰੈਕਟਰ ਇੰਸਟੀਚਿਊਟ ਫॉर ਲੀਡਰशिप ਐਂਡ ਕਮਿਊਨਿਟੀ ਡਿਵੈਲਪਮੈਂਟ ਯੂਨਾਈਟਿਡ ਕਿੰਗਡਮ, ਇਹ ਡਾਕਟਰ ਇਕਤਦਾਰ ਕਰਾਮਤ ਚੀਮਾ ਦੂਸਰੇ ਨੇ ਜਿਨ੍ਹਾਂ ਨੇ ਪਿਛਲੇ ਦਿਨਾਂ 'ਚ ਉੱਥੇ ਹਾਊਸ ਆਫ ਕਾਮਨਸ ਦੇ ਵਿੱਚ ਵੀ ਜਿਹੜਾ ਹੈ ਆਪਣੀ ਪ੍ਰੈਜੈਂਟੇਸ਼ਨ ਦਿੱਤੀ ਹੈ ਜੀ, ਔਰ ਸਾਡੇ TV 84 ਨਿਊਜ਼ ਤੇ ਅਕਸਰ ਉਹ ਆਉਂਦੇ ਨੇ। ਔਰ ਨੈਕਸਟ ਸੈਚਰਡੇ ਯਾਨੀ ਕਿ 6 ਜੂਨ ਨੂੰ ਜਿਹੜਾ ਸੈਮੀਨਾਰ ਰਿਚਮੰਡ ਹਿੱਲ 'ਚ ਹੋ ਰਿਹਾ ਉਸ ਦੇ ਵਿੱਚ ਉਹ ਵੀ ਇੱਕ ਪੈਨਲਿਸਟ ਹੋਣਗੇ, ਉਹਦੇ 'ਚ ਮੈਨੂੰ ਵੀ ਪਾਰਟਿਸਿਪੇਟ ਕਰਨ ਦਾ ਮੌਕਾ ਮਿਲੇਗਾ। ਐਂਡ ਥਰਡ ਜਿਹੜੇ ਸਿੱਖ ਨੁਕਤਾ ਨਿਗਾਹ ਤੋਂ ਦੱਸਣਗੇ ਕੀ ਹੋ ਰਿਹਾ, ਪ੍ਰੋਫੈਸਰ ਗੁਰਦਰਸ਼ਨ ਸਿੰਘ ਢਿੱਲੋਂ, ਪ੍ਰੋਫੈਸਰ ਆਫ ਹਿਸਟਰੀ, ਰਿਟਾਇਰਡ ਪੰਜਾਬ ਯੂਨੀਵਰਸਿਟੀ, ਇਹ ਤੀਸਰੇ ਪੈਨਲਿਸਟ ਨੇ, ਇਹ ਵੀ ਸਾਡੇ TV 84 ਨਿਊਜ਼ ਤੇ ਅਕਸਰ ਆਉਂਦੇ ਨੇ। ਸਾਹਰ ਚੌਧਰੀ, ਸੀਨੀਅਰ ਪਾਲਿਸੀ ਐਨਾਲਿਸਟ, ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम, and John Sifton, Asia Advocacy Director, Human Rights Watch, will be among the experts who will testify before the committee. ਬੇਸ਼ੱਕ US ਦਾ ਅਮਰੀਕਨ ਕੋਈ ਸਰਕਾਰੀ ਅਧਿਕਾਰੀ ਨਹੀਂ ਹੋਏਗਾ, ਪਰ ਜਿਹੜਾ ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम ਹੈ, ਇਹ ਵੀ ਸੈਮਾਈ ਗਵਰਨਮੈਂਟ ਹੈ ਔਰ ਇਹਨਾਂ ਨੇ ਜਿਹੜੇ ਪਿੱਛੇ ਰਿਪੋਰਟ ਕੱਢੀ ਹੈ ਉਹਦੇ 'ਚ ਉਹਨਾਂ ਨੇ ਸਿੱਖਾਂ ਦਾ ਜ਼ਿਕਰ ਕੀਤਾ ਹੈ ਕਿ ਕਿਵੇਂ ਸਿੱਖਾਂ ਨੂੰ ਕਾਨੂੰਨਨ ਉੱਥੇ ਹਿੰਦੂ ਬਣਾ ਦਿੱਤਾ ਗਿਆ ਹੈ ਔਰ ਉਹਨਾਂ ਦੇ ਨਾਲ ਡਿਸਕ੍ਰਿਮੀਨੇਸ਼ਨ ਹੁੰਦੀ ਹੈ। ਸੋ ਉਸ ਬਾਡੀ ਦਾ ਮਿਸਟਰ ਸਾਹਰ ਚੌਧਰੀ ਨੇ, ਉਹ ਸੀਨੀਅਰ ਪਾਲਿਸੀ ਐਨਾਲਿਸਟ ਹੈ, ਉਹ ਵੀ ਟੈਸਟੀਫਾਈ ਕਰੇਗਾ ਟੌਮ ਲੈਂਟੋਸ ਕਮਿਸ਼ਨ ਦੇ ਸਾਹਮਣੇ ਜੀ। ਐਂਡ ਜੌਨ ਸਿਫਨ, ਏਸ਼ੀਆ ਐਡਵੋਕੇਸੀ ਡਾਇਰੈਕਟਰ, ਹਿਊਮਨ ਰਾਈਟਸ ਵਾਚ। ਹੁਣ ਹਿਊਮਨ ਰਾਈਟਸ ਵਾਚ ਐਮਨੈਸਟੀ ਇੰਟਰਨੈਸ਼ਨਲ ਤੋਂ ਬਾਅਦ ਬਹੁਤ ਪਾਵਰਫੁਲ ਬਾਡੀ ਹੈ, ਉਹਨਾਂ ਦਾ ਡਾਇਰੈਕਟਰ ਵੀ ਜਿਹੜਾ ਹੈ ਉਹ ਵੀ ਟੈਸਟੀਫਾਈ ਕਰੇਗਾ। ਔਰ ਇਹ ਜਿਹੜਾ the panelists will also make recommendations as to how the US can play a role to safeguard religious minorities in India and around the world, a statement of the committee said. ਹੁਣ ਇਹ ਟੌਮ ਲੈਂਟੋਸ ਕਮੇਟੀ ਨੇ ਕਿਹਾ ਕਿ ਇਹ ਸਾਰੇ ਤੋਂ ਬਾਅਦ ਜਿਹੜੀ ਹੈ ਉਹ ਰਿਕਮੈਂਡੇਸ਼ਨਸ ਦਿੱਤੀਆਂ ਜਾਣਗੀਆਂ ਅਮਰੀਕਨ ਗਵਰਨਮੈਂਟ ਨੂੰ ਕਿ ਵੀ ਉਹਨਾਂ ਨੇ ਕਿਵੇਂ ਡੀਲ ਕਰਨਾ ਹੈ। ਸੋ ਮੈਂ ਸਮਝਦਾ ਵੀ ਬਹੁਤ ਵਾਰ ਕੁਝ ਸਾਡੇ ਵੀਰ ਭੈਣਾਂ ਵੀ ਜਿਹੜੇ ਗਲਤ ਪ੍ਰਚਾਰ ਦਾ ਸ਼ਿਕਾਰ ਹੁੰਦੇ ਨੇ, ਕਿਉਂਕਿ ਮੈਂ ਇਹ ਸੁਣਦਾ ਰਿਹਾ ਪਿਛਲੇ ਸਾਲ 2 ਸਾਲ, ਬਣ ਗਏ ਜੀ ਸਿੱਖ ਕਾਕਸ, ਡਿਨਰ ਕਰ ਲਿਆ ਜੀ, ਕੀਤਾ ਕੀ ਹੈ ਜੀ, ਫਲਾਣੇ ਨੇ ਕੀ ਕੀਤਾ ਜੀ, ਢਿਮਕੇ ਨੇ ਜੀ ਕੀ ਕੀਤਾ ਜੀ। ਔਰ ਹੁਣ ਐਨ 3 ਜੂਨ ਨੂੰ ਜਦੋਂ ਇੱਕ ਪਾਸੇ ਉੱਥੇ ਘੱਲੂਘਾਰ ਹਫਤਾ ਚੱਲ ਰਿਹਾ ਹੋਏਗਾ, ਜਿਸ ਤਰੀਕੇ ਦੇ ਨਾਲ ਇਹ ਸਾਰੇ ਨੂੰ ਡਿਲੂਟ ਕਰਨਾ ਚਾਹੁੰਦੀ ਹੈ ਇੰਡੀਅਨ ਗਵਰਨਮੈਂਟ ਕਿ ਇੰਡੀਆ ਦੇ ਉੱਤੇ ਪ੍ਰੈਸ਼ਰ ਪਾਸੇ ਜਾਏ, ਐਨ ਉਸ ਦਿਨ ਅਮਰੀਕਾ ਦੇ ਵਿੱਚ ਵਾਸ਼ਿੰਗਟਨ DC 'ਚ ਟੌਮ ਲੈਂਟੋਸ ਕਮੇਟੀ, ਇੱਕ ਸਿੱਖ, ਇੱਕ ਮੁਸਲਮਾਨ, ਇੱਕ ਈਸਾਈ ਔਰ US ਸਰਫ ਔਰ ਹਿਊਮਨ ਰਾਈਟਸ ਵਾਚ ਦੇ ਜਿਹੜੇ ਨੁਮਾਇੰਦੇ ਨੇ, ਉਹਨਾਂ ਤੋਂ ਉਹ ਟੈਸਟੀਫਾਈ ਕਰਵਾਉਣਗੇ ਔਰ ਰਿਕਮੈਂਡੇਸ਼ਨਸ ਦੇਣਗੇ ਔਰ ਦੱਸਣਗੇ ਕਿ ਭਾਰਤ ਦੇ ਵਿੱਚ ਕਿਵੇਂ ਘੱਟ ਗਿਣਤੀਆਂ ਦੇ ਨਾਲ ਜ਼ੁਲਮ ਹੋ ਰਹੇ ਨੇ। ਸੋ ਮੈਂ ਸਿੱਖ ਕਾਕਸ ਨੂੰ ਔਰ ਉਹਨਾਂ ਦੇ ਨਾਲ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ, ਫਰੈਂਡਸ ਆਫ ਸਿੱਖ ਕਾਕਸ ਔਰ ਜਿਨ੍ਹਾਂ ਨੇ ਵੀ ਇਸ ਸਾਰੇ ਦੇ ਵਿੱਚ ਐਫਰਟ ਕੀਤਾ ਹੈ ਉਹਨਾਂ ਨੂੰ ਮੁਬਾਰਕਬਾਦ ਦਿੰਦਾ। ਔਰ ਮੈਂ ਵੀ ਇਸ ਗੱਲ ਨੂੰ ਯਕੀਨੀ ਬਣਾਵਾਂਗਾ ਕਿ ਮੈਂ ਉਸ ਜਿਹੜੀ ਕਾਂਗਰੈਸ਼ਨਲ ਬਰੀਫਿੰਗ ਹੈ, ਹੀਅਰਿੰਗ ਹੈ, ਉਹਦੇ 'ਚ ਪਾਰਟਿਸਿਪੇਟ ਕਰਾਂ ਔਰ ਜਿਹੜਾ ਡਿਨਰ ਹੈ ਉਸ 'ਚ ਵੀ ਪਾਰਟਿਸਿਪੇਟ ਕਰੀਏ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਨਾਲ ਲੈਣੇ ਬ੍ਰੇਕ। ਵੀਅਰਸ, ਤੁਸੀਂ ਸਾਡੇ ਨਾਲ ਇਸ ਤਰ੍ਹਾਂ ਬਣੇ ਰਹੋ, ਮਿਲਦੇ ਹਾਂ ਆਫਟਰ ਦੀ ਸ਼ਾਰਟ ਬ੍ਰੇਕ।